ਬਾਬਾ ਜੀ ਨੇ ਬਚਨ ਕੀਤਾ, ਚੰਗਾ ਭਾਈ ਉਹਨਾਂ ਪਾਸ ਸੀ ਤਾਂ ਗੁੜ, ਬਾਕੀ ਜਿਵੇਂ ਉਹ ਚਾਹੁੰਦੇ ਹਨ ਉਸੇ ਤਰ੍ਹਾਂ ਹੋ ਜਾਏਗਾ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਜੋ ਉਹਨਾਂ ਕਿਹਾ ਸੀ ਉਹੀ ਬਣ ਗਿਆ। ਹੁਣ ਗੁੜ ਗੁੜ ਨਾ ਰਿਹਾ, ਲੂਣ ਵਿੱਚ ਬਦਲ ਗਿਆ। ਮਹਾਂਪੁਰਖਾਂ ਅੱਗੇ ਝੂਠ ਬੋਲਣ ਦਾ ਫਲ ਮਿਲ ਗਿਆ। ਜਿਸ ਵੇਲੇ ਘਰ ਪਹੁੰਚਿਆ, ਆਪਣੇ ਊਠਾਂ ਨੂੰ ਬਿਠਾ ਕੇ ਗੁੜ ਉਤਾਰਿਆ, ਜਦੋਂ ਵੇਖਿਆ ਤਾਂ ਸਾਰਾ ਹੀ ਲੂਣ ਬਣ ਗਿਆ। ਝੱਟ ਚੋਟ ਮਨ ਨੂੰ ਲੱਗੀ, ਲਾਹਨਤਾਂ ਪਾਉਣ ਲੱਗ ਪਏ ਆਪਣੇ ਆਪ ਨੂੰ, ਕਿਉਂ ਜੋ ਝੂਠ ਬੋਲਿਆ ਸੀ। ਫਿਰ ਬੀਤੇ ਵੇਲੇ ਨੂੰ ਪਛਤਾ ਰਹੇ ਸਨ। ਖਿਆਲ ਆਇਆ ਕਿ ਬਾਬਾ ਜੀ ਪਾਸ ਜਾ ਕੇ ਮਾफ़ੀ ਮੰਗ ਲਈਏ, ਕਿਉਂਕਿ ਝੂਠ ਦੇ ਵਪਾਰ ਦਾ ਲਾਭ ਸਾਹਮਣੇ ਸੀ। ਗੋਬਿੰਦਪੁਰੇ ਤੋਂ ਵਾਪਸ ਮੁੜ ਪਏ। ਬਹਾਲ ਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਗਿਆ ਹੋਵੇ ਤਾਂ ਬਾਬਾ ਜੀ ਅੱਗੇ ਅਰਜ਼ ਕਰਨੀ ਹੈ। ਬਹਾਲ ਦਾਸ ਜੀ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ, ਪਾਤਸ਼ਾਹ ਗੋਬਿੰਦਪੁਰੇ ਤੋਂ ਗੁੜ ਵਾਲੇ ਪ੍ਰੇਮੀ ਆਏ ਹਨ, ਉਹਨਾਂ ਕੋਈ ਬੇਨਤੀ ਕਰਨੀ ਹੈ। ਆਪ ਜੀ ਨੇ ਫਰਮਾਇਆ, ਆ ਜਾਣ ਦਿਓ। ਉਹ ਬਾਬਾ ਜੀ ਕੋਲ ਆ ਕੇ ਚਰਨੀ ਢਹਿ ਪਏ। ਸ਼ਹਿਨਸ਼ਾਹ ਸਾਨੂੰ ਬਖਸ਼ੋ, ਸਾਡੇ ਕੋਲੋਂ ਭੁੱਲ ਹੋ ਗਈ, ਅਸੀਂ ਝੂਠ ਮਾਰਿਆ ਜਿਸ ਦਾ ਨਤੀਜਾ ਸਾਡੇ ਸਾਹਮਣੇ ਆ ਗਿਆ ਹੈ। ਤੁਸੀਂ ਬਖਸ਼ਣਹਾਰ ਹੋ, ਸਾਡੇ 'ਤੇ ਮਿਹਰ ਕਰੋ। ਸਾਡਾ ਸਾਰਾ ਗੁੜ ਲੂਣ ਵਿੱਚ ਬਦਲ ਗਿਆ ਹੈ। ਬਾਬਾ ਜੀ ਥੋੜ੍ਹਾ ਮੁਸਕਰਾ ਕੇ ਕਹਿਣ ਲੱਗੇ, ਤੁਸੀਂ ਲੂਣ ਹੀ ਕਿਹਾ ਸੀ ਨਾ, ਅਤੇ ਲੂਣ ਹੀ ਹੋਣਾ ਸੀ। ਉਹਨਾਂ ਤਰਲੇ ਨਾਲ ਕਿਹਾ, ਮਹਾਰਾਜ ਅਸੀਂ ਗਰੀਬ ਹਾਂ, ਅਸੀਂ ਹੋਰ ਗੁੜ ਲਿਆਉਣ ਤੋਂ ਅਸਮਰੱਥ ਹਾਂ, ਹੁਣ ਕਿਰਪਾ ਕਰੋ, ਰਹਿਮਤ ਦੇ ਘਰ ਵਿੱਚ ਆਓ। ਜਦੋਂ ਕੋਈ ਨਿਮਾਣਾ ਹੋ ਕੇ ਮਹਾਂਪੁਰਖਾਂ ਦੀ ਚਰਨੀ ਆ ਢਹਿੰਦਾ ਹੈ ਤਾਂ ਮਹਾਂਪੁਰਖ ਬੜੇ ਰਹਿਮ ਦਿਲ ਹੁੰਦੇ ਹਨ, ਬਖਸ਼ ਦਿੰਦੇ ਹਨ। ਬਾਬਾ ਜੀ ਨੇ ਬਚਨ ਕੀਤਾ, ਜੋ ਹੋਣਾ ਸੀ ਸੋ ਹੋ ਗਿਆ, ਪਰ ਤੁਹਾਡਾ ਲੂਣ ਗੁੜ ਦੇ ਭਾਅ ਹੀ ਵਿਕੇਗਾ, ਇਸ ਨੂੰ ਵੇਚ ਆਉਣਾ। ਸੋ ਇਹ ਬਚਨ ਮੰਨ ਕੇ ਉਹਨਾਂ ਨੇ ਲੂਣ ਵੇਚ ਦਿੱਤਾ। ਉਸੇ ਤਰ੍ਹਾਂ ਹੀ ਹੋਇਆ, ਲੂਣ ਗੁੜ ਦੇ ਭਾਅ ਵਿਕ ਗਿਆ। ਬਚਨ ਨਾ ਮੰਨਣ ਦੀ ਸਜ਼ਾ। ਬਾਬਾ ਜੀ ਕਈ ਵਾਰ ਪਿਛਲੇ ਜਨਮਾਂ ਦੇ ਸਾਥੀ ਦੱਸਣ ਲੱਗ ਜਾਂਦੇ ਸਨ। ਕਿਰਪਾਲ ਸਿੰਘ, ਜਿਨ੍ਹਾਂ ਨੂੰ ਅਤਰ ਸਿੰਘ ਮਾਨ ਵੀ ਕਹਿ ਦਿੰਦੇ ਹਨ, ਗੋਬਿੰਦਪੁਰਾ ਪਿੰਡ ਦੇ ਵਾਸੀ ਸਨ। ਉਹ ਕਈ ਵਾਰ ਬਾਬਾ ਜੀ ਕੋਲ ਆ ਜਾਂਦੇ ਸਨ। ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ, ਅਤਰ ਸਿੰਘ, ਪਿਛਲੇ ਜਨਮ ਵਿੱਚ ਆਪਾਂ ਦੋਵੇਂ ਭਰਾ ਸੀ। ਉਹਨੇ ਕਿਹਾ, ਮਹਾਰਾਜ ਮੈਂ ਕੀ ਜਾਣਦਾ ਹਾਂ, ਤੁਹਾਨੂੰ ਹੀ ਪਤਾ ਹੋਏਗਾ। ਅਤਰ ਸਿੰਘ ਬਹੁਤ ਕੰਜੂਸ ਸੀ, ਪੈਸੇ ਖਰਚਣ ਲੱਗਿਆ ਬੜਾ ਸੰਕੋਚ ਤੋਂ ਕੰਮ ਲੈਂਦਾ ਸੀ, ਪੁੰਨ ਦਾਨ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ ਸੀ। ਬਾਬਾ ਜੀ ਕੋਲ ਦਰਸ਼ਨ ਕਰਨ ਆਇਆ। ਬਾਬਾ ਜੀ ਨੇ ਬਚਨ ਕੀਤਾ, ਅਤਰ ਸਿੰਘ ਪੁੰਨਦਾਨ ਵੀ ਕਰ ਲਿਆ ਕਰ, ਪੈਸੇ ਨੂੰ ਕੰਜੂਸੀ ਨਾਲ ਜੋੜਨਾ ਨਹੀਂ। ਜਿਸ ਦਿਨ ਤੇਰੇ ਕੋਲ 1 ਲੱਖ ਰੁਪਇਆ ਹੋਵੇਗਾ ਤੂੰ ਮਰ ਜਾਏਗਾ। ਉਸਨੇ ਬਾਬਾ ਜੀ ਦਾ ਇਹ ਕੀਤਾ ਹੋਇਆ ਬਚਨ ਅਣਸੁਣਿਆ ਕਰ ਦਿੱਤਾ। ਆਪਣੀ ਆਦਤ ਮੁਤਾਬਿਕ ਪੈਸੇ ਦੇ ਲਾਲਚ ਵਿੱਚ ਲੱਗਾ ਰਿਹਾ। ਅੰਤ ਨਤੀਜਾ ਉਹੀ ਹੋਇਆ, ਜਦੋਂ ਉਸ ਕੋਲ 1 ਲੱਖ ਰੁਪਇਆ ਹੋ ਗਿਆ ਉਹ ਬਿਮਾਰ ਹੋ ਗਿਆ। ਥੋੜ੍ਹੇ ਦਿਨਾਂ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਰ ਉਹ ਕਰੇ ਵੀ ਕਿਸ ਤਰ੍ਹਾਂ, ਕਿਉਂਕਿ ਮਾਇਆ ਵਰਤਣ ਦਾ ਹਰ ਕਿਸੇ ਨੂੰ ਵਰ ਨਹੀਂ ਹੁੰਦਾ। ਜਿਵੇਂ ਇੱਕ ਕਹਾਣੀ ਹੈ ਕਿ ਕੋਈ ਸੇਠ ਮਕਾਨ ਪਾ ਰਿਹਾ ਸੀ, ਉਸਨੂੰ ਪੈਸੇ ਦੀ ਲੋੜ ਪੈ ਗਈ। ਸੇਠ ਨੇ ਆਪਣੇ ਮਿੱਤਰ ਨੂੰ ਪੁੱਛਿਆ ਕਿ ਕਿਸੇ ਕੋਲੋਂ ਪੈਸਾ ਮਿਲ ਸਕਦਾ ਹੈ। ਇੱਕ ਨੇ ਦੱਸਿਆ ਕਿ ਫਲਾਣੇ ਜੱਟ ਕੋਲ ਮਿਲ ਸਕਦਾ ਹੈ। ਸੇਠ ਉਸ ਕੋਲ ਪਹੁੰਚ ਗਿਆ। ਜਦੋਂ ਜੱਟ ਵੱਲ ਵੇਖਿਆ, ਉਸਨੂੰ ਪੈਸੇ ਹੋਣ ਦਾ ਯਕੀਨ ਨਾ ਆਵੇ, ਪਰ ਝਿਜਕਦੇ ਹੋਏ ਨੇ ਪੁੱਛ ਹੀ ਲਿਆ। ਅੱਗੋਂ ਜੱਟ ਨੇ ਕਿਹਾ, ਕਿਹੜੇ ਸੰਨ ਦੇ ਚਾਹੀਦੇ ਹਨ? ਸੇਠ ਇਹ ਸੁਣ ਕੇ ਹੈਰਾਨ ਹੋ ਗਿਆ। ਸੇਠ ਨੇ ਜਿਹੜੇ ਸੰਨ ਦੇ ਰੁਪਈਆਂ ਦੀ ਮੰਗ ਕੀਤੀ, ਜ਼ਿਮੀਂਦਾਰ ਨੇ ਲਿਆ ਦਿੱਤੇ। ਕੁਝ ਸਮੇਂ ਬਾਅਦ ਜੱਟ ਪੈਸੇ ਲੈਣ ਲਈ ਸੇਠ ਕੋਲ ਗਿਆ। ਕੀ ਵੇਖਦਾ ਹੈ ਕਿ ਸੇਠ ਦਾ ਕਿੰਨਾ ਸੋਹਣਾ ਮਕਾਨ ਹੈ, ਕਿੰਨੀ ਸ਼ਾਹੀ ਠਾਠ ਬਾਠ ਨਾਲ ਰਹਿੰਦਾ ਹੈ। ਮਨ ਵਿੱਚ ਸੋਚਦਾ ਹੈ ਕਿ ਮੈਂ ਵੀ ਜਾ ਕੇ ਮਕਾਨ ਪਾਵਾਂਗਾ। ਇਹ ਮੇਰੇ ਕੋਲੋਂ ਵਿਆਜ ਉੱਪਰ ਪੈਸੇ ਲੈ ਕੇ ਮੌਜਾਂ ਕਰ ਰਿਹਾ ਹੈ, ਮੇਰੇ ਕੋਲ ਹੁੰਦੇ ਵੀ ਨਹੀਂ ਲਾ ਸਕਦਾ। ਘਰ ਪਹੁੰਚ ਕੇ ਆਪਣੇ ਪੁੱਤਰਾਂ ਨੂੰ ਵਾਜਾਂ ਮਾਰਨ ਲੱਗ ਜਾਂਦਾ ਹੈ। ਜਦੋਂ ਨੇੜੇ ਆ ਜਾਂਦੇ ਤਾਂ ਪੈਸੇ ਅੱਗੇ ਸੁੱਟ ਕੇ ਕਹਿੰਦਾ, ਇੱਟਾਂ ਲਿਆਓ, ਸੀਮੈਂਟ ਲਿਆਓ, ਲੋਹਾ ਲਿਆਓ, ਲਾ ਦਿਓ ਇਹ ਸਾਰੇ ਪੈਸੇ। ਇਹ ਵੇਖ ਕੇ ਮੁੰਡੇ ਸਮਝਦੇ ਹਨ, ਬਾਪੂ ਦਾ ਕੰਜੂਸ ਸੀ, ਅੱਜ ਇਹਨੂੰ ਕੀ ਹੋ ਗਿਆ, ਇਹ ਕਿਧਰੇ ਪਾਗਲ ਤੇ ਨਹੀਂ ਹੋ ਗਿਆ। ਉਹਨਾਂ ਫੜ ਕੇ ਬੁੱਢੇ ਨੂੰ ਥੰਮ ਨਾਲ ਬੰਨ੍ਹ ਦਿੱਤਾ। ਸੋ ਇਸ ਤਰ੍ਹਾਂ ਪਰਮਾਤਮਾ ਵੱਲੋਂ ਕਿਸੇ ਨੂੰ ਇਹ ਵਰ ਹੀ ਹੁੰਦਾ ਹੈ ਕਿ ਉਹ ਪੈਸੇ ਵਰਤ ਹੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਅਤਰ ਸਿੰਘ ਨੇ ਬਾਬਾ ਜੀ ਦੇ ਕਹਿਣ ਅਨੁਸਾਰ ਦਾਨ ਪੁੰਨ ਨਾ ਕੀਤਾ, ਜ਼ਿੰਦਗੀ ਤੋਂ ਹੱਥ ਧੋ ਬੈਠਾ। ਬਹਾਲ ਦਾਸ ਜੀ ਤੇ ਬਖਸ਼ਿਸ਼। ਇੱਕ ਵਾਰ ਬਹਾਲ ਦਾਸ ਜੀ ਥੋੜ੍ਹੀ ਰਾਤ ਲੰਘਣ ਤੋਂ ਸੇਮੇ ਪਿੰਡ ਨੂੰ ਜਾ ਰਹੇ ਸਨ। ਰਸਤੇ ਵਿੱਚ ਜਾਂਦਿਆਂ ਉਹਨਾਂ ਦੀ ਨਜ਼ਰੀ ਭੇਡਾਂ ਦੇ ਇੱਜੜ, ਬੱਕਰੀਆਂ ਦੇ ਇੱਜੜ ਪਏ, ਜੋ ਕਿ ਆਦਮੀ ਹਿੱਕੀ ਜਾ ਰਹੇ ਹਨ। ਆਪ ਨੂੰ ਖਿਆਲ ਆਇਆ ਕਿ ਕੋਈ ਚੋਰ ਪਿੰਡ ਦੇ ਇੱਜੜ ਚੋਰੀ ਕਰਕੇ ਲਿਜਾ ਰਹੇ ਹਨ। ਪਿੰਡ ਪਹੁੰਚ ਕੇ ਜਿਨ੍ਹਾਂ ਕੋਲ ਇੱਜੜ ਸਨ ਉਹਨਾਂ ਪਾਸ ਗਏ। ਹਰ ਇੱਕ ਨੂੰ ਪੁੱਛਣ ਲੱਗੇ, ਕੀ ਤੁਹਾਡਾ ਇੱਜੜ ਤਾਂ ਨਹੀਂ ਚੋਰੀ ਹੋਇਆ? ਪਰ ਕਿਸੇ ਦਾ ਇੱਜੜ ਚੋਰੀ ਨਹੀਂ ਸੀ ਹੋਇਆ।
ਸਭ ਦੇ ਆਪਣੇ ਆਪਣੇ ਘਰ ਸੀ। ਕਾਫੀ ਰਾਤ ਬੀਤ ਜਾਣ ਤੋਂ ਬਾਅਦ ਬਹਾਲ ਦਾਸ ਜੀ ਘਰ ਪਹੁੰਚੇ। ਸਵੇਰ ਤੋਂ ਪਹਿਲਾਂ ਹੀ ਬਾਬਾ ਜੀ ਕੋਲ ਰੂਮੀ ਪਹੁੰਚ ਕੇ ਰਾਤ ਦੀ ਵਿਆਖਿਆ ਸੁਣਾਈ। ਬਾਬਾ ਜੀ ਕਹਿਣ ਲੱਗੇ, ਇਹ ਇੱਜੜ ਨਹੀਂ ਸੀ, ਇਹ ਚਿਚਕ ਦੀ ਬਿਮਾਰੀ ਸੀ। ਇਹ ਬਿਮਾਰੀ ਪਵੇਗੀ। ਜਿਵੇਂ ਆਜੜੀ ਭੇਡਾਂ ਲਿਜਾਂਦੇ ਹਨ, ਇਸੇ ਤਰ੍ਹਾਂ ਜਮਦੂਤ ਆਜੜੀ ਲੋਕਾਂ ਨੂੰ ਲਿਜਾਂਦੇ। ਹੁਣ ਜਦੋਂ ਤੈਨੂੰ ਇਹ ਸਾਰਾ ਕੁਝ ਨਜ਼ਰ ਆਉਣ ਲੱਗ ਪਿਆ ਹੈ, ਤੇਰੀ ਬਿਰਤੀ ਉੱਚੀ ਹੋ ਗਈ ਹੈ। ਹੁਣ ਤੂੰ ਤਾਕਤ ਦੇ ਕਾਬਿਲ ਹੋ ਗਿਆ ਹੈ। ਐਸੇ ਲਈ ਬਹਾਲ ਦਾਸ ਹੁਣ ਤੈਨੂੰ ਤਾਕਤ ਦਿੰਦੇ ਹਾਂ। ਬਹਾਲ ਦਾਸ ਜੀ ਨੇ ਆਦਰ ਨਾਲ ਸਿਰ ਝੁਕਾ ਦਿੱਤਾ। ਬਾਬਾ ਜੀ ਨੇ ਹੁਕਮ ਕੀਤਾ, ਬਹਾਲ ਦਾਸ ਤੂੰ ਸਾਡੀ 10 ਸਾਲ ਸੇਵਾ ਕੀਤੀ ਹੈ, ਇਸ ਲਈ ਤੇਰੀ ਸੇਵਾ ਦੇ ਬੂਟੇ ਨੂੰ ਫਲ ਲੱਗਣਾ ਚਾਹੀਦਾ ਹੈ। ਸੋ ਰਾਤ ਲੰਘੀ ਤੋਂ ਆ ਜਾਵੀਂ। ਸ਼ਾਮ ਨੂੰ ਬਹਾਲ ਦਾਸ ਜੀ ਘਰ ਚਲੇ ਗਏ। ਅੱਧੀ ਰਾਤ ਹੋਈ ਤੋਂ ਬਾਬਾ ਜੀ ਕੋਲ ਪਹੁੰਚ ਗਏ। ਨਮਸਕਾਰ ਕੀਤੀ। ਬਾਬਾ ਜੀ ਨੇ ਬੜੇ ਪਿਆਰ ਨਾਲ ਆਪਣੇ ਪਿੱਛੇ ਬੈਠ ਜਾਣ ਲਈ ਕਿਹਾ ਤੇ ਹੁਕਮ ਕੀਤਾ, ਬਹਾਲ ਦਾਸ ਦੇਖ ਸਾਹਮਣੇ ਕੋਈ ਚੀਜ਼ ਤਾਂ ਨਹੀਂ ਆਉਂਦੀ। ਉਹਨਾਂ ਕਿਹਾ, ਮਹਾਰਾਜ ਕੋਈ ਚੀਜ਼ ਨਹੀਂ। ਬਹਾਲ ਦਾਸ ਪਿੱਛੇ ਹੋ ਕੇ ਬੈਠ ਜਾ, ਬਾਬਾ ਜੀ ਨੇ ਹੁਕਮ ਕੀਤਾ। ਬਾਬਾ ਜੀ ਨੇ ਅੱਖਾਂ ਤੋਂ ਪੱਟੀ ਖੋਲ੍ਹੀ ਤਾਂ ਸਾਹਮਣੇ ਮੱਕੀ ਦੇ ਟਾਂਡੇ ਪਏ ਸਨ। ਉਹਨਾਂ ਨੂੰ ਅੱਗ ਲੱਗ ਗਈ। ਹੁਕਮ ਕੀਤਾ, ਬਹਾਲ ਦਾਸ ਅੱਗੇ ਆ ਕੇ ਬੈਠ ਜਾ। ਬਾਬਾ ਜੀ ਦੇ ਅੱਗੇ ਬੈਠ ਕੇ ਬਹਾਲ ਦਾਸ ਜੀ ਹੁਕਮ ਦੀ ਉਡੀਕ ਕਰਨ ਲੱਗੇ। ਹੁਕਮ ਹੋਇਆ, ਜੋ ਕੁਝ ਵੀ ਦਿਸੇ ਦੇਖਦੇ ਰਹਿਣਾ, ਬੋਲਣਾ ਨਹੀਂ। ਬਹਾਲ ਦਾਸ ਦੇਖਦੇ ਰਹੇ ਕਿ ਬਾਬਾ ਜੀ ਦੇ ਅੱਗੇ ਪਿੱਛੇ ਕਿੰਨੇ ਦੇਵੀਆਂ ਦੇਵਤੇ ਫਿਰਦੇ ਹਨ। ਬਹੁਤ ਕੁਝ ਨਜ਼ਰ ਆਇਆ। ਆਪ ਚੁੱਪਚਾਪ ਵੇਖਦੇ ਰਹੇ। ਉਸ ਸਮੇਂ ਸਭ ਪ੍ਰਕਾਸ਼ ਹੀ ਪ੍ਰਕਾਸ਼ ਦਿਸਿਆ। ਕੁਝ ਸਮਾਂ ਇਹ ਨਜ਼ਾਰਾ ਅੱਖਾਂ ਅੱਗੇ ਰਿਹਾ। ਜਿਸ ਵਕਤ ਆਪਣੀ ਲੀਲਾ ਸਮਾਪਤ ਕੀਤੀ, ਇਹ ਸਭ ਕੁਝ ਦਿਖਾ ਕੇ ਬਾਬਾ ਜੀ ਨੇ ਬਚਨ ਕੀਤਾ, ਬਹਾਲ ਦਾਸ ਕੋਲ ਆ ਜਾ। ਬਹਾਲ ਦਾਸ ਜੀ ਕੋਲ ਆ ਕੇ ਬੈਠ ਗਏ। ਬਾਬਾ ਜੀ ਨੇ ਪਿੱਠ ਵਿੱਚ ਇੱਕ ਮੁੱਕੀ ਮਾਰੀ ਤੇ ਫਿਰ ਪੁੱਛਣ ਲੱਗੇ, ਪੀੜ ਤਾਂ ਨਹੀਂ ਲੱਗੀ? ਬਹਾਲ ਦਾਸ ਜੀ ਨੇ ਉੱਤਰ ਦਿੱਤਾ, ਨਹੀਂ ਮਹਾਰਾਜ, ਗਰੀਬ ਨਿਵਾਜ। ਫਿਰ ਬਾਬਾ ਜੀ ਨੇ ਬਚਨ ਕੀਤਾ, ਲੈ ਬਹਾਲ ਦਾਸ, ਹੁਣ ਮਾਇਆ ਅਤੇ ਸੰਸਾਰ ਦੇ ਲੋਕ ਤੇਰੇ ਪਿੱਛੇ ਪਿੱਛੇ ਫਿਰਨਗੇ। ਜਿੱਥੇ ਜੀ ਕਰੇ ਬਹਿ ਜਾਵੀਂ, ਇਹ ਤੇਰੇ ਸੰਤੋਖ ਦਾ ਸਦਕਾ ਹੈ। ਸੋ ਇਸ ਤਰ੍ਹਾਂ ਬਹਾਲ ਦਾਸ ਜੀ ਨੂੰ ਤਾਕਤ ਬਖਸ਼ ਕੇ ਆਪ ਵਿਚਰਨ ਲਈ ਆਦੇਸ਼ ਦੇ ਦਿੱਤਾ। ਬਹਾਲ ਦਾਸ ਜੀ ਦਾ ਵੱਖ ਹੋਣ ਨੂੰ ਦਿਲ ਨਹੀਂ ਸੀ ਕਰਦਾ, ਪਰ ਮਜਬੂਰ ਸਨ, ਬਚਨ ਮੰਨਣਾ ਪੈਣਾ ਸੀ। ਸੋ ਬਹਾਲ ਦਾਸ ਜੀ ਨੇ ਸੇਵਾ ਕਰਕੇ ਆਪਣਾ ਲੋਕ ਪਰਲੋਕ ਸਵਾਰ ਲਿਆ। ਅਧਿਆਪਕ ਸਕੂਲ ਦਾ ਹੋਵੇ ਜਾਂ ਕਾਲਜ ਦਾ, ਸ਼ਾਗਿਰਦ ਜਦੋਂ ਆਪਣੀ ਵਿਦਿਆ ਪ੍ਰਾਪਤ ਕਰਕੇ ਸਕੂਲ ਜਾਂ ਕਾਲਜ ਨੂੰ ਛੱਡ ਕੇ ਜਾਂਦਾ ਹੈ ਤੇ ਉਸ ਨੂੰ ਅਧਿਆਪਕ ਬੜੇ ਪ੍ਰੇਮ ਨਾਲ ਵਿਦਾਇਗੀ ਦਿੰਦਾ ਹੈ ਤੇ ਸ਼ੁਭ ਕਾਮਨਾਵਾਂ ਵੀ ਦਿੰਦਾ ਹੈ, ਕਿਉਂਕਿ ਜ਼ਿੰਦਗੀ ਵਿੱਚ ਤਰੱਕੀ ਕਰਕੇ ਆਪਣੇ ਆਪ ਸਕੂਲ ਤੇ ਅਧਿਆਪਕ ਦਾ ਨਾਮ ਨੂੰ ਚਾਰ ਚੰਨ ਲਾਵੇ। ਇਸੇ ਤਰ੍ਹਾਂ ਬਹਾਲ ਦਾਸ ਜੀ ਤੋਂ 10 ਸਾਲ ਦੀ ਕਠਿਨ ਸੇਵਾ ਲੈ ਕੇ ਤੇ ਹਰ ਪ੍ਰੀਖਿਆ ਵਿੱਚ ਪਾਸ ਹੋਣ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੂੰ ਸੰਤ ਬਹਾਲ ਦਾਸ ਦੀ ਉਪਾਧੀ ਦੇ ਕੇ ਵਿਦਾਇਗੀ ਦਿੱਤੀ। ਅਥਾਹ ਪਿਆਰ ਹੋਣ ਕਰਕੇ ਸੰਤ ਬਹਾਲ ਦਾਸ ਜੀ ਦਾ ਵਿਛੜਨ ਨੂੰ ਦਿਲ ਨਾ ਕਰੇ, ਪਰ ਆਪ ਸਤਿਗੁਰ ਦੇ ਸਤ ਬਚਨ ਦੇ ਅਧਿਕਾਰੀ ਸਨ। ਬਾਬਾ ਜੀ ਨੇ ਬਹਾਲ ਦਾਸ ਨੂੰ ਤੋਰਨ ਤੋਂ ਪਹਿਲਾਂ ਕੁਝ ਨਿਯਮ ਦੱਸੇ। ਪਹਿਲਾ ਇਹ ਸੀ ਕਿ ਕਿਸੇ ਨਾਲ ਬਹੁਤ ਜ਼ਿਆਦਾ ਮੋਹ ਪਿਆਰ ਨਹੀਂ ਕਰਨਾ, ਨਾ ਕਿਸੇ ਨੂੰ ਦੂਰ ਹੀ ਕਰਨਾ ਤੇ ਨਾ ਨੇੜੇ ਕਰਨਾ। ਦੂਜਾ, ਜੋ ਕੋਈ ਸੇਵਾ ਕਰੇ ਤਾਂ ਪੂਰੀ ਸੇਵਾ ਤੇ ਪਰਖ ਤੋਂ ਬਾਅਦ ਕੁਝ ਬਚਨ ਕਰਨਾ ਹੈ, ਐਵੇਂ ਨਹੀਂ ਕਰਦੇ ਰਹਿਣਾ। ਨਿਤਨੇਮ ਦੀ ਲੜੀ ਨਹੀਂ ਟੁੱਟਣ ਦੇਣੀ, ਇਹਨਾਂ ਅਸੂਲਾਂ ਤੇ ਬਣੇ ਰਹਿਣਾ। ਬਹਾਲ ਦਾਸ ਜੀ ਨੂੰ ਵਿਦਾ ਕਰਕੇ ਹਜੂਰ ਇਕੱਲੇ ਹੀ ਨਿਰੰਕਾਰ ਦੀ ਛਤਰ ਛਾਇਆ ਥੱਲੇ ਰੂਮੀ ਵਿੱਚ ਬੈਠੇ ਹਨ। ਬੇਫਿਕਰ ਤੇ ਬੇਪਰਵਾਹ ਸ਼ਹਿਨਸ਼ਾਹ ਪਰਮੇਸ਼ਵਰ ਦੇ ਗੁਣ ਗਾ ਰਹੇ ਹਨ। ਕੋਈ ਸੇਵਾਦਾਰ ਨਹੀਂ, ਕੋਈ ਭੋਜਨ ਲਿਆਉਣ ਵਾਲਾ ਨਹੀਂ, ਪਰ ਡੋਰੀ ਛੱਡੀਏ ਉਸ ਸੱਚੇ ਉੱਪਰ, ਆਪ ਹੀ ਸਭ ਕੁਝ ਦੇਵੇਗਾ। ਸ਼ਿਕਾਰੀ ਨੂੰ ਸਿੱਧੇ ਰਸਤੇ ਪਾਉਣਾ। ਬਾਬਾ ਜੀ ਕਈ ਵਾਰ ਸੇਵਕਾਂ ਨੂੰ ਆਪਣੇ ਬੀਤੇ ਸਮੇਂ ਦੀਆਂ ਗੱਲਾਂ ਦੱਸਦੇ ਹੁੰਦੇ ਸਨ। ਇੱਕ ਵਾਰੀ ਦਾ ਜ਼ਿਕਰ ਆਪਣੇ ਮੁਖ ਤੋਂ ਸੰਗਤਾਂ ਨੂੰ ਦੱਸਿਆ। ਕੋਈ ਸ਼ਿਕਾਰੀ ਸ਼ਿਕਾਰ ਦੀ ਭਾਲ ਵਿੱਚ ਰੂਮੀ ਪਹੁੰਚ ਗਿਆ। ਬਾਬਾ ਜੀ ਕੋਲ ਪਹੁੰਚ ਕੇ ਸਿਰ ਝੁਕਾਇਆ ਤੇ ਬੈਠ ਗਿਆ। ਬਾਬਾ ਜੀ ਦੇ ਨਾਲ ਇੱਕ ਦੋ ਬਚਨ ਕੀਤੇ। ਮਨ ਵਿੱਚ ਖਿਆਲ ਆਇਆ ਕਿ ਇਹ ਮਹਾਪੁਰਸ਼ ਪਰਮੇਸ਼ਵਰ ਰੂਪ ਮਹਾਪੁਰਖ ਹਨ। ਉਸਨੇ ਬਾਬਾ ਜੀ ਪਾਸੋਂ ਰੋਟੀ ਮੰਗੀ। ਬਾਬਾ ਜੀ ਨੇ ਬਾਸੀਆਂ ਰੋਟੀਆਂ ਦੇ ਦਿੱਤੀਆਂ। ਰੋਟੀ ਬਾਬਾ ਜੀ ਆਪ ਨਹੀਂ ਖਾਂਦੇ ਸਨ। ਇਹਨਾਂ ਬਾਰੇ ਪਤਾ ਨਾ ਲੱਗਿਆ ਇਹ ਕਿੱਥੋਂ ਆਈਆਂ। ਸ਼ਿਕਾਰੀ ਨੂੰ ਰੋਟੀਆਂ ਖਾਣ ਵਿੱਚ ਬੜਾ ਆਨੰਦ ਆਇਆ। ਬਾਬਾ ਜੀ ਅੰਦਰ ਆਸਨ 'ਤੇ ਚਲੇ ਗਏ। ਉਹ ਸ਼ਿਕਾਰੀ ਬਾਹਰ ਬੈਠਾ ਰਿਹਾ। 3 ਵਜੇ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਬਾਬਾ ਜੀ ਬਾਹਰ ਨਿਕਲ ਕੇ ਸਰੀਰ ਦੀ ਕਿਰਿਆ ਸੋਧਣ ਲਈ ਚਲੇ ਗਏ। ਉਹ ਸ਼ਿਕਾਰੀ ਵੀ ਪਿੱਛੇ ਹੋ ਤੁਰਿਆ। ਥੋੜ੍ਹੇ ਦੂਰ ਜਾ ਕੇ ਬਾਬਾ ਜੀ ਨੇ ਆਪਣਾ ਰੂਪ ਕੁੱਕੜ ਦੇ ਬਾਣੇ ਵਿੱਚ ਬਦਲਿਆ।
ਪਰ ਸ਼ਿਕਾਰੀ ਪਿੱਛੇ ਹੀ ਤੁਰਿਆ ਗਿਆ। ਹੋਰ ਅੱਗੇ ਜਾ ਕੇ ਇਨਸਾਨ ਦੇ ਰੂਪ ਵਿੱਚ ਬਾਬਾ ਜੀ ਦੂਰ ਨਿਕਲ ਗਏ। ਸ਼ਿਕਾਰੀ ਉੱਥੇ ਬੈਠ ਗਿਆ, ਇੱਕ ਦਰਖਤ ਦੇ ਮੁੱਢ ਨਾਲ ਲੱਗ ਕੇ। ਬਾਬਾ ਜੀ ਕਿਰਿਆ ਸੋਧ ਕੇ ਵਾਪਸ ਆਏ ਤਾਂ ਉਸ ਤੋਂ ਥੋੜ੍ਹਾ ਛੁਪ ਕੇ ਸ਼ੇਰ ਦਾ ਰੂਪ ਧਾਰ ਲਿਆ। ਸ਼ਿਕਾਰੀ ਸਭ ਕੁਝ ਜਾਣ ਗਿਆ, ਉਹ ਡਰਿਆ ਨਹੀਂ। ਬਾਬਾ ਜੀ ਨੇ ਉਸ ਦੇ ਨੇੜੇ ਪਹੁੰਚ ਕੇ ਗਰਜਵੀਂ ਆਵਾਜ਼ ਵਿੱਚ ਉਸ ਵੱਲ ਆਪਣਾ ਪੰਜਾ ਚਲਾਇਆ। ਸ਼ਿਕਾਰੀ ਡਰਿਆ ਨਹੀਂ, ਉਸਨੇ ਅੱਗੇ ਹੱਥ ਜੋੜ ਦਿੱਤੇ। ਬਾਬਾ ਜੀ ਦਾ ਪੰਜਾ ਉਸਦੇ ਹੱਥਾਂ ਉੱਪਰ ਜਾ ਲੱਗਾ। ਫਿਰ ਕੀ ਸੀ? ਮਹਾਂਪੁਰਖਾਂ ਦੀ ਚਰਨ ਛੋਹ ਕਿਸੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਸਾਧੂ ਦੇ ਚਰਨਾਂ ਦੀ ਧੂੜ ਹੀ ਮਿਲ ਜਾਏ ਤਾਂ ਉਸ ਨਾਲ ਵੀ ਭਾਗ ਬਦਲ ਜਾਂਦੇ ਹਨ, ਪਰ ਇਹ ਮਿਲ ਗਈ ਹੱਥਾਂ ਦੀ ਛੋਹ। ਹੱਥ ਲੱਗਣ ਦੀ ਦੇਰ ਸੀ ਕਿ ਬਾਬਾ ਜੀ ਨੇ ਝੱਟ ਬਚਨ ਕੀਤਾ, ਤੂੰ ਸਾਨੂੰ ਪਾ ਲਿਆ, ਇਸ ਕਰਕੇ ਦੁਆਨੀ ਲੈ ਗਿਆ। ਇਹ ਬਚਨ ਸੁਣ ਕੇ ਸ਼ਿਕਾਰੀ ਚਰਨਾਂ 'ਤੇ ਢਹਿ ਪਿਆ। ਫਿਰ ਬਾਬਾ ਜੀ ਨੇ ਤਾਕੀਦ ਕੀਤੀ, ਜਿਵੇਂ ਅੱਗੇ ਨਿਤਨੇਮ ਕਰਦਾ ਹੈ, ਇਸ ਨੂੰ ਵਿਸਾਰਨਾ ਨਹੀਂ। ਇਸੇ ਦੀ ਕਮਾਈ ਸਦਕਾ ਹੀ ਤੈਨੂੰ ਇਹ ਸਭ ਕੁਝ ਪ੍ਰਾਪਤ ਹੋਇਆ ਹੈ। ਜਿੰਨਾ ਸਮਾਂ ਸ਼ਿਕਾਰ ਦੇ ਵਿੱਚ ਖਰਚ ਕਰਦਾ ਹੈ, ਇਹ ਪਰਮੇਸ਼ਰ ਦੀ ਆਰਾਧਨਾ ਵਿੱਚ ਖਰਚ ਕਰ। ਸੋ ਇਸ ਤਰ੍ਹਾਂ ਉਸਨੇ ਨਿਤਨੇਮ ਵਿੱਚ ਵਾਧਾ ਕਰ ਲਿਆ।